ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਏ ਮਨਦੀਪ ਕੌਰ ਦੇ ਵਿੱਚ। ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਥੋੜੇ ਸਮੇਂ ਤੋਂ ਹੀ ਪਟਨੇ ਵਿੱਚ ਰਹਿ ਰਹੇ ਸਨ ਕਿ ਆਪ ਜੀ ਨੂੰ ਰਾਜਾ ਰਾਮ ਸਿੰਘ ਜੈਪੁਰੀਆ ਆਣ ਮਿਲਿਆ। ਰਾਜਾ ਰਾਮ ਸਿੰਘ ਨੂੰ ਔਰੰਗਜ਼ੇਬ ਨੇ ਕਾਮਰੂਪ ਦੇ ਰਾਜੇ ਨੂੰ ਫਤਿਹ ਕਰਨ ਕੇ ਆਪਣੀ ਈਨ ਮਨਾਉਣ ਵਾਸਤੇ ਭੇਜਿਆ ਸੀ। ਰਾਜਾ ਕੁਝ ਸਮੇਂ ਤੋਂ ਦਿੱਲੀ ਦਰਬਾਰ ਵੱਲੋਂ ਆਕੀ ਹੋਇਆ ਬੈਠਾ ਸੀ। ਕਾਮਰੂਪ ਵਿੱਚ ਕਾਮੱਖਿਆ ਦੇਵੀ ਦਾ ਮੰਦਰ ਸੀ ਅਤੇ ਇਹ ਦੇਸ਼ ਮੰਤਰ ਜੰਤਰ ਅਤੇ ਟੂਣੇ ਜਾਦੂਆਂ ਦਾ ਘਰ ਮੰਨਿਆ ਜਾਂਦਾ ਸੀ। ਜਿਹੜਾ ਵੀ ਕੋਈ ਇਸ ਦੇਸ਼ ਤੇ ਚੜ੍ਹਾਈ ਕਰਕੇ ਫਤਿਹ ਕਰਨ ਜਾਂਦਾ ਸੀ, ਉਸਨੂੰ ਹੀ ਜਾਦੂ ਟੂਣਿਆਂ ਨਾਲ ਫਨਾਹ ਕਰ ਦਿੱਤਾ ਜਾਂਦਾ ਸੀ। ਇਸ ਵਾਸਤੇ ਇਸ ਦੇਸ਼ ਉੱਤੇ ਡਰਦਾ ਮਾਰਿਆ ਕੋਈ ਵੀ ਚੜ੍ਹਾਈ ਨਹੀਂ ਸੀ ਕਰਦਾ। ਪਰ ਜਦ ਪਾਤਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਜੈਪੁਰੀਏ ਨੂੰ ਫੌਜ ਦੇ ਕੇ ਇਸ ਮੁਲਕ ਨੂੰ ਫਤਿਹ ਕਰਨ ਵਾਸਤੇ ਭੇਜਿਆ ਤਾਂ ਉਹ ਵੀ ਡਰ ਕੇ ਹੀ ਅੱਗੇ ਜਾ ਰਿਹਾ ਸੀ ਕਿ ਪਟਨੇ ਆਣ ਕੇ ਉਸਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਵਾਲੇ ਗੁਰੂ ਇੱਥੇ ਉਤਰੇ ਹੋਏ ਹਨ। ਰਾਜਾ ਬੜੇ ਸਨਮਾਨ ਨਾਲ ਭੇਟਾ ਲੈ ਕੇ ਗੁਰੂ ਜੀ ਨੂੰ ਮਿਲਿਆ ਅਤੇ ਬੇਨਤੀ ਕੀਤੀ ਕਿ ਆਪ ਮੇਰੀ ਇਸ ਕਾਰਜ ਵਿੱਚ ਸਹਾਇਤਾ ਕਰੋ, ਮੇਰੇ ਨਾਲ ਚੱਲੋ ਅਤੇ ਜਾਦੂ ਟੂਣਿਆਂ ਦੇ ਵਾਰ ਤੋਂ ਬਚਾਓ। ਰਾਜੇ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਉਸਨੂੰ ਧੀਰਜ ਦਿੱਤੀ ਅਤੇ ਉਸਦੇ ਨਾਲ ਜਾਣਾ ਪ੍ਰਵਾਨ ਕਰ ਲਿਆ। ਗੁਰੂ ਜੀ ਨੇ ਮਾਤਾ ਨਾਨਕੀ ਜੀ, ਸ੍ਰੀ ਗੁਜਰੀ ਜੀ ਅਤੇ ਇਹਨਾਂ ਦੇ ਭਾਈ ਕਿਰਪਾਲ ਦਾਸ ਜੀ ਦਾ ਪਟਨੇ ਦੇ ਹੀ ਰਹਿਣ ਸਹਿਣ ਦਾ ਪ੍ਰਬੰਧ ਕਰਕੇ ਰਾਜੇ ਨਾਲ ਜਾਣ ਦੀ ਤਿਆਰੀ ਕਰ ਲਈ। 2-4 ਦਿਨ ਵਿੱਚ ਭਾਈ ਕਿਰਪਾਲ ਦਾਸ ਦੀ ਨਿਗਰਾਨੀ ਹੇਠ ਪੂਰਾ ਪ੍ਰਬੰਧ ਕਰਕੇ ਗੁਰੂ ਜੀ ਪਟਨੇ ਤੋਂ ਰਾਜੇ ਰਾਮ ਰਾਏ ਸਿੰਘ ਨਾਲ ਉਸਦੀ ਫੌਜ ਸਹਿਤ ਚੱਲ ਪਏ। ਪਟਨੇ ਤੋਂ ਚੱਲ ਕੇ ਪਹਿਲਾਂ ਡੇਰਾ ਆਪ ਜੀ ਨੇ ਮੁੰਗੇਰ ਸ਼ਹਿਰ ਕੀਤਾ। ਸੰਗਤ ਨੂੰ ਦਰਸ਼ਨ ਦੀਦਾਰੇ ਤੇ ਨਾਮਦਾਨ ਉਪਦੇਸ਼ ਦੇ ਕੇ ਆਪ ਜੀ ਮੰਜ਼ਲੋਂ ਮੰਜ਼ਲੀ ਰਾਜ ਮਹਿਲ ਪੁੱਜੇ। ਇੱਥੇ ਥੋੜਾ ਸਮਾਂ ਵਿਸ਼ਰਾਮ ਕਰਕੇ ਅੱਗੇ ਚੱਲ ਕੇ ਮਾਲਦਾ ਸ਼ਹਿਰ ਪਹੁੰਚ ਗਏ। ਮਾਲਦੇ ਦੇ ਰਹਿਣ ਵਾਲੇ ਇੱਕ ਹਲਵਾਈ ਨੇ ਆਪ ਜੀ ਨਾਲ ਬਹੁਤ ਪ੍ਰੇਮ ਕੀਤਾ। ਘਰ ਲਿਜਾ ਕੇ ਪ੍ਰਸ਼ਾਦ ਛਕਾਇਆ ਅਤੇ ਉਪਦੇਸ਼ ਲਿਆ। ਗੁਰੂ ਜੀ ਢਾਕੇ ਸ਼ਹਿਰ ਪੁੱਜੇ ਤਾਂ ਉੱਥੋਂ ਦੀ ਸੰਗਤ ਨੇ ਆਪ ਜੀ ਦੀ ਬਹੁਤ ਆਓ ਭਗਤ ਕੀਤੀ। ਇੱਥੋਂ ਦੇ ਮਸੰਦ ਬਲਾਕੀ ਦਾਸ ਦੀ ਮਾਤਾ ਨੇ ਗੁਰੂ ਜੀ ਵਾਸਤੇ ਇੱਕ ਪਲੰਘ ਵਿਛਾਉਣਾ ਅਤੇ ਆਪਣੇ ਹੱਥ ਦਾ ਸੂਤਰ ਕੱਤ ਕੇ ਉਸ ਦਾ ਇੱਕ ਜਾਮਾ ਤਿਆਰ ਕਰਕੇ ਰੱਖਿਆ ਹੋਇਆ ਸੀ। ਮਾਈ ਨੇ ਗੁਰੂ ਜੀ ਨੂੰ ਆਪਣੇ ਘਰ ਲਿਜਾ ਕੇ ਪਲੰਘ ਉੱਤੇ ਬਿਠਾਲ ਕੇ ਜਾਮਾ ਭੇਟ ਕੀਤਾ ਅਤੇ ਬੜੇ ਪ੍ਰੇਮ ਨਾਲ ਸੇਵਾ ਕੀਤੀ। ਗੁਰੂ ਜੀ ਉਸਦੇ ਪ੍ਰੇਮ ਤੇ ਸ਼ਰਧਾ ਉੱਤੇ ਬਹੁਤ ਪ੍ਰਸੰਨ ਹੋਏ ਤੇ ਉਸ ਨੂੰ ਬਖਸ਼ਿਸ਼ ਕਰਕੇ ਜੰਮਣ ਮਰਨ ਦਾ ਦੁੱਖ ਕੱਟ ਦਿੱਤਾ। ਇਸ ਸ਼ਹਿਰ ਵਿੱਚ ਹੀ ਗੁਰੂ ਹਰਿਰਾਏ ਜੀ ਦੇ ਸਮੇਂ ਤੋਂ ਇੱਕ ਭਾਈ ਨੱਥਾ ਰਹਿੰਦਾ ਸੀ। ਇਹ ਬੜੇ ਪ੍ਰੇਮ ਨਾਲ ਢਾਕੇ ਦੀ ਮਲਮਲ ਦੀ ਪੁਸ਼ਾਕ ਤਿਆਰ ਕਰਕੇ ਗੁਰੂ ਜੀ ਨੂੰ ਭੇਜਦਾ ਰਹਿੰਦਾ ਸੀ। ਇਸ ਸਮੇਂ ਜਦ ਇਹ ਗੁਰੂ ਜੀ ਪਾਸ ਦਰਸ਼ਨ ਕਰਨ ਆਇਆ ਤਾਂ ਸਿੱਖ ਸੰਗਤ ਨੇ ਸ਼ਿਕਾਇਤ ਕੀਤੀ ਕਿ ਇਹ ਕਿਸੇ ਨਾਲ ਬਣਾ ਕੇ ਨਹੀਂ ਰੱਖਦਾ, ਸਭ ਨਾਲ ਲੜਦਾ ਤੇ ਗਾਲਾਂ ਕੱਢਦਾ ਰਹਿੰਦਾ ਹੈ। ਜਦ ਗੁਰੂ ਜੀ ਨੇ ਨੱਥੇ ਨੂੰ ਪੁੱਛਿਆ ਕਿ ਭਾਈ ਤੂੰ ਇਹਨਾਂ ਨੂੰ ਗਾਲਾਂ ਕਿਉਂ ਕੱਢਦਾ ਰਹਿੰਦਾ ਹੈ, ਤਾਂ ਨੱਥੇ ਨੇ ਕਿਹਾ, ਗੁਰੂ ਜੀ ਇਹ ਧੀ ਕੇ ਰੋੜੇ ਹਨ, ਮੈਂ ਇਹਨਾਂ ਨੂੰ ਕਦੋਂ ਗਾਲਾਂ ਕੱਢਦਾ ਹਾਂ। ਉਸ ਦੀ ਗੱਲ ਸੁਣ ਕੇ ਗੁਰੂ ਜੀ ਨੇ ਸੰਗਤ ਨੂੰ ਕਿਹਾ, ਇਸਦਾ ਇਹ ਸੁਭਾਅ ਹੀ ਸਮਝੋ, ਇਹ ਦਿਲ ਦਾ ਸਾਫ਼ ਹੈ, ਇਸ ਨਾਲ ਪ੍ਰੇਮ ਰੱਖਿਆ ਕਰੋ। ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਢਾਕੇ ਪਹੁੰਚ ਚੁੱਕੇ ਸਨ ਤਾਂ ਪਿੱਛੋਂ ਪੋਹ ਸੁਦੀ ਸੰਮਤੀ ਸੰਮਤ 1723 ਨੂੰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਸਾਹਿਬਜ਼ਾਦੇ ਨੇ ਜਨਮ ਲਿਆ। ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀਆਂ ਤੇ ਵਧਾਈਆਂ ਹੋਈਆਂ। ਮਾਤਾ ਨਾਨਕੀ ਜੀ ਨੇ ਇਹ ਖੁਸ਼ੀਆਂ ਭਰੀ ਖਬਰ ਦੇਣ ਵਾਸਤੇ ਗੁਰੂ ਜੀ ਨੂੰ ਇਸ ਤਰ੍ਹਾਂ ਚਿੱਠੀ ਲਿਖਵਾਈ, ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਤੁਹਾਡੇ ਘਰ ਪੋਹ ਸੁਦੀ ਸੰਮਤੀ ਸੰਮਤ 1723 ਬਿਕਰਮੀ ਛਿਨਿੱਛਰ ਐਤ ਦੀ ਵਿਚਲੀ ਰਾਤ ਦੇ 1 ਪਹਿਰ ਰਹਿੰਦਿਆਂ ਸਾਹਿਬਜ਼ਾਦੇ ਨੇ ਜਨਮ ਲਿਆ ਹੈ। ਜਨਮ ਸਮੇਂ ਬੜੇ ਚੰਗੇ ਸ਼ਗਨ ਹੋਏ, ਨੂਰੀ ਪ੍ਰਕਾਸ਼ ਅਤੇ ਅਚਾਨਕ ਸੁਗੰਧੀ ਨਾਲ ਸਾਡਾ ਸਾਰਾ ਅੰਦਰ ਭਰ ਗਿਆ। ਅਣਡਿੱਠੇ ਅਜਗੈਬੀ ਲੋਕ ਸਾਡੇ ਘਰ ਆਏ ਤੇ ਖੁਸ਼ੀਆਂ ਵਿੱਚ ਨੱਚਣ ਟੱਪਣ ਅਤੇ ਢੋਲਕੀ ਛੈਣਿਆਂ ਨਾਲ ਗੀਤ ਗਾਉਣ ਲੱਗੇ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਜਿਨ੍ਹਾਂ ਨੇ ਸਾਡੀ ਮਨੋਕਾਮਨਾ ਪੂਰੀ ਕੀਤੀ ਹੈ। ਹੁਣ ਤੁਸੀਂ ਸ਼ੀਘਰ ਹੀ ਪਟਨੇ ਵਾਪਸ ਆਉਣ ਦੀ ਗੱਲ ਕਰਨੀ। ਇਹ ਚਿੱਠੀ ਲਿਖਵਾ ਕੇ ਮਾਤਾ ਜੀ ਨੇ ਇੱਕ ਸਿੱਖ ਨੂੰ ਦੇ ਕੇ ਆਖਿਆ ਕਿ ਜਿੱਥੇ ਵੀ ਗੁਰੂ ਜੀ ਹੋਣ ਇਹ ਚਿੱਠੀ ਉੱਥੇ ਪਹੁੰਚ ਕੇ
ਉਹਨਾਂ ਨੂੰ ਦੇਣੀ। ਚਿੱਠੀ ਲੈ ਕੇ ਸਿੱਖ ਗੁਰੂ ਜੀ ਦਾ ਪਿੱਛਾ ਕਰਕੇ ਢਾਕੇ ਪਹੁੰਚ ਗਿਆ। ਇਸ ਸਮੇਂ ਗੁਰੂ ਜੀ ਮਸੰਦ ਬੁਲਾਕੀ ਪਾਸ ਠਹਿਰੇ ਹੋਏ ਸਨ। ਚਿੱਠੀ ਪੜ੍ਹ ਕੇ ਆਪ ਜੀ ਬਹੁਤ ਪ੍ਰਸੰਨ ਹੋਏ ਅਤੇ ਗਰੀਬਾਂ ਨੂੰ ਯਥਾਯੋਗ ਦਾਨ ਪੁੰਨ ਕੀਤਾ। ਉਪਰੰਤ ਆਪ ਜੀ ਨੇ ਮਾਤਾ ਨੂੰ ਲਿਖਿਆ, ਤੁਸੀਂ ਸਾਹਿਬਜ਼ਾਦੇ ਦੀ ਸਾਂਭ ਸੰਭਾਲ ਚੰਗੀ ਕਰਨੀ, ਅਸੀਂ ਛੇਤੀ ਹੀ ਤੁਹਾਡੇ ਪਾਸ ਆ ਜਾਵਾਂਗੇ। ਚਿੱਠੀ ਲੈ ਕੇ ਆਉਣ ਵਾਲੇ ਸਿੱਖ ਨੂੰ ਗੁਰੂ ਜੀ ਨੇ ਬਹੁਤ ਧਨ ਦਿੱਤਾ ਅਤੇ ਉਸ ਦਾ ਲੋਕ ਪਰਲੋਕ ਸੰਵਾਰ ਦਿੱਤਾ। ਢਾਕੇ ਤੋਂ ਚੱਲ ਕੇ ਗੁਰੂ ਜੀ ਰਾਜਾ ਰਾਮ ਸਿੰਘ ਤੇ ਉਸ ਦੀ ਸੈਨਾ ਸਹਿਤ ਦਰਿਆ ਬ੍ਰਹਮਪੁੱਤਰ ਦੇ ਕਿਨਾਰੇ ਸ਼ਹਿਰ ਗੰਗਾ ਮਾਟੀ ਆਸਾਮ ਦੀ ਸੀਮਾ ਦੇ ਸਾਹਮਣੇ ਜਾ ਠਹਿਰੇ। ਇੱਥੇ ਗੁਰੂ ਜੀ ਰਾਜੇ ਦੇ ਸਿਪਾਹੀਆਂ ਪਾਸੋਂ ਇੱਕ ਬਹੁਤ ਉੱਚਾ ਦਮਦਮਾ ਤਿਆਰ ਕਰਵਾਇਆ ਅਤੇ ਇਸ ਉੱਤੇ ਆਪਣੇ ਬੈਠਣ ਵਾਸਤੇ ਇੱਕ ਬੰਗਲਾ ਬਣਵਾਇਆ, ਜਿਸ ਤੋਂ ਬਹੁਤ ਦੂਰ ਦੂਰ ਤੱਕ ਦਿਖਾਈ ਦਿੰਦਾ ਸੀ। ਸ਼ਾਹੀ ਲਸ਼ਕਰ ਦਾ ਰਾਜਾ ਜਦ ਰਾਜੇ ਨੂੰ ਪਤਾ ਲੱਗਾ ਤਾਂ ਉਸਨੇ ਵੀ ਆਪਣੀ ਸੈਨਾ ਤਿਆਰ ਕਰਕੇ ਦਰਿਆ ਦੇ ਦੂਜੇ ਕਿਨਾਰੇ ਆਪਣੇ ਪਾਸੇ ਖੜੀ ਕਰ ਦਿੱਤੀ ਤੇ ਨਾਲ ਹੀ ਜਾਦੂਗਰਨੀਆਂ ਨੂੰ ਆਖਿਆ ਕਿ ਦੁਸ਼ਮਣ ਦੀ ਫੌਜ ਦਾ ਸਫਾਇਆ ਕਰੋ। ਜਾਦੂਗਰਨੀਆਂ ਨੇ ਆਪਣੇ ਜੰਤਰਾਂ ਮੰਤਰਾਂ ਨਾਲ ਰਾਜਾ ਰਾਮ ਸਿੰਘ ਦੀ ਫੌਜ ਉੱਤੇ ਹਮਲੇ ਕੀਤੇ, ਪਰ ਗੁਰੂ ਦੀ ਕਿਰਪਾ ਨਾਲ ਉਹ ਸਭ ਨਿਸਫਲ ਹੋਏ। ਰਾਜੇ ਨੇ ਕਾਮਾਖਿਆ ਦੇਵੀ ਦੇ ਮੰਦਰ ਅੱਗੇ ਵੀ ਬਹੁਤ ਬੇਨਤੀਆਂ ਕੀਤੀਆਂ, ਪਰ ਕੁਝ ਸਿੱਧੀ ਪ੍ਰਾਪਤ ਨਾ ਹੋਈ। ਉਸਨੇ ਜਦ ਇਸ ਦੇ ਕਾਰਨ ਦਾ ਪਤਾ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਰਾਜੇ ਦੀ ਸਹਾਇਤਾ ਵਾਸਤੇ ਗੁਰੂ ਨਾਨਕ ਜੀ ਦੀ ਗੱਦੀ ਵਾਲੇ ਗੁਰੂ ਸਾਹਿਬ ਜੀ ਆਏ ਹੋਏ ਹਨ। ਤਦ ਉਹ ਆਪਣੇ ਵਜ਼ੀਰਾਂ ਨਾਲ ਸਲਾਹ ਕਰਕੇ ਬਹੁਤ ਅਮੁੱਲ ਭੇਟਾਂ ਲੈ ਕੇ ਗੁਰੂ ਜੀ ਦੀ ਸ਼ਰਨ ਆ ਗਿਆ। ਕਾਮਰੂਪ ਦੇ ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਦੋਹਾਂ ਰਾਜਿਆਂ ਦਾ ਰਾਜੀਨਾਮਾ ਕਰਾ ਦਿੱਤਾ। ਕਾਮਰੂਪ ਦੇ ਰਾਜੇ ਨੇ ਅੱਗੇ ਵਾਸਤੇ ਦਿੱਲੀ ਦਰਬਾਰ ਦੀ ਈਨ ਮੰਨ ਲਈ ਅਤੇ ਪਿਛਲਾ ਬਕਾਇਆ ਮਾਮਲਾ ਦੇ ਦਿੱਤਾ। ਕਾਮਰੂਪ ਰਾਜੇ ਦੇ ਦਰਬਾਰ ਦਾ ਇੱਕ ਹੋਰ ਅਸਾਮ ਦੇਸ਼ ਦਾ ਰਾਜਾ ਰਾਮ ਰਾਏ ਰਹਿੰਦਾ ਸੀ। ਇਸ ਦੇ ਘਰ ਕੋਈ ਪੁੱਤਰ ਨਹੀਂ ਸੀ। ਗੁਰੂ ਜੀ ਦਾ ਬਹੁਤ ਜਸ ਸੁਣ ਕੇ ਇਸ ਦੀ ਰਾਣੀ ਆਪਣੇ ਪਤੀ ਰਾਜੇ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਈ। ਰਾਜੇ ਨੇ ਬਹੁਤ ਭੇਟਾ ਅਰਪਣ ਕਰਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸਾਨੂੰ ਪੁੱਤਰ ਦੀ ਦਾਤ ਬਖਸ਼ੋ ਜੋ ਸਾਡੇ ਰਾਜ ਭਾਗ ਦਾ ਮਾਲਕ ਹੋਵੇ। ਰਾਜੇ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ, ਤੁਹਾਡੇ ਘਰ ਪੁੱਤਰ ਹੋਵੇਗਾ ਜੋ ਧਰਮਾਤਮਾ ਤੇ ਉਦਾਰ ਚਿੱਤ ਹੋਵੇਗਾ। ਗੁਰੂ ਜੀ ਨੇ ਆਪਣੇ ਹੱਥ ਦੀ ਮੁਹਰ ਦਾ ਨਿਸ਼ਾਨ ਰਾਜੇ ਦੇ ਪੱਟ ਉੱਤੇ ਲਾ ਕੇ ਆਖਿਆ, ਇਹੀ ਨਿਸ਼ਾਨ ਤੁਹਾਡੇ ਘਰ ਹੋਣ ਵਾਲੇ ਪੁੱਤਰ ਦੇ ਸਿਰ ਤੇ ਹੋਵੇਗਾ। ਇੱਥੋਂ ਤੁਸੀਂ ਸਮਝ ਲੈਣਾ ਕਿ ਇਹ ਗੁਰੂ ਘਰ ਦੀ ਬਖਸ਼ਿਸ਼ ਹੈ ਅਤੇ ਗੁਰੂ ਘਰ ਦਾ ਸਿੱਖ ਹੋਵੇਗਾ। ਰਾਜਾ ਰਾਮ ਰਾਏ ਤੇ ਉਸ ਦੀ ਰਾਣੀ ਨੇ ਇਹ ਵਰ ਲੈ ਕੇ ਗੁਰੂ ਜੀ ਦਾ ਚਰਨਾਮਿੱਤਰ ਲੈ ਕੇ ਸਿੱਖੀ ਧਾਰਨ ਕਰ ਲਈ ਅਤੇ ਵਿਦਾ ਹੋ ਕੇ ਆਪਣੇ ਰਾਜ ਮਹਿਲਾਂ ਨੂੰ ਚਲੇ ਗਏ। ਰਾਜਾ ਰਾਮ ਸਿੰਘ ਦੀ ਅਸਾਮ ਦੇ ਰਾਜੇ ਨਾਲ ਸੁਲ੍ਹਾ ਸਫਾਈ ਕਰਕੇ ਗੁਰੂ ਜੀ ਧੁਬਰੀ ਤੋਂ ਵਾਪਸ ਢਾਕੇ ਦੇ ਰਸਤੇ ਕਲਕੱਤੇ ਪਹੁੰਚ ਗਏ ਤੇ ਜਗਨਨਾਥਪੁਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਉਲੀ ਦੇ ਦਰਸ਼ਨ ਕਰਕੇ ਪਟਨੇ ਪਹੁੰਚ ਗਏ। ਸਾਹਿਬਜ਼ਾਦੇ ਨੂੰ ਬਹੁਤ ਸੁਗਾਤਾਂ, ਕੱਪੜੇ, ਗਹਿਣੇ ਅਤੇ ਖਿਡੌਣੇ ਦਿੱਤੇ ਤੇ ਮਾਤਾ ਜੀ ਦੀਆਂ ਖੁਸ਼ੀਆਂ ਲਈਆਂ ਅਤੇ ਸ੍ਰੀ ਗੁਜਰੀ ਜੀ ਨੂੰ ਦਰਸ਼ਨ ਦੇ ਕੇ ਖੁਸ਼ੀਆਂ ਬਖਸ਼ੀਆਂ। ਇਸ ਤਰ੍ਹਾਂ ਥੋੜ੍ਹਾ ਸਮਾਂ ਪਟਨੇ ਪਰਿਵਾਰ ਪਾਸ ਵਿਸ਼ਰਾਮ ਕਰਕੇ ਗੁਰੂ ਜੀ ਆਪਣੇ ਕੁਝ ਨਿਕਟਵਰਤੀ ਸਿੱਖਾਂ ਸੇਵਕਾਂ ਨਾਲ ਪੰਜਾਬ ਨੂੰ ਚੱਲ ਪਏ। ਮਾਤਾ ਨਾਨਕੀ ਜੀ ਅਤੇ ਸ੍ਰੀ ਗੁਜਰੀ ਜੀ ਨੂੰ ਇਹ ਉਦੇਸ਼ ਦੇ ਕੇ ਕਿ ਤੁਸੀਂ ਕੁਝ ਸਮਾਂ ਹੋਰ ਇੱਥੇ ਹੀ ਠਹਿਰੋ, ਅਸੀਂ ਅਨੰਦਪੁਰ ਪਹੁੰਚ ਕੇ ਉੱਥੋਂ ਦਾ ਵਾਤਾਵਰਣ ਅਤੇ ਉਚਿਤ ਸਮਾਂ ਵੇਖ ਕੇ ਤੁਹਾਨੂੰ ਛੇਤੀ ਹੀ ਆਪਣੇ ਪਾਸ ਸੱਦ ਲਵਾਂਗੇ। ਪਟਨੇ ਤੋਂ ਚੱਲ ਕੇ ਗੁਰੂ ਜੀ ਆਪਣੇ ਸਿੱਖ ਸੇਵਕਾਂ ਸਹਿਤ ਰਸਤੇ ਵਿੱਚ ਬਨਾਰਸ, ਅਯੋਧਿਆ, ਲਖਨਊ, ਮਥੁਰਾ ਆਦਿ ਸ਼ਹਿਰਾਂ ਨਗਰਾਂ ਵਿੱਚ ਠਹਿਰ ਕੇ ਸੰਗਤਾਂ ਨੂੰ ਨਿਵਾਜ਼ਦੇ ਹੋਏ ਰੋਪੜ ਦੇ ਰਸਤੇ ਕੀਰਤਪੁਰ ਪਹੁੰਚ ਗਏ। ਇੱਥੇ ਆਪਣੇ ਵੱਡੇ ਭਾਈ ਸੂਰਜ ਮੱਲ ਜੀ ਅਤੇ ਉਹਨਾਂ ਦੇ ਹੋਰ ਪਰਿਵਾਰ ਨੂੰ ਸੁੱਖ ਕੁਸ਼ਲਤਾ ਪੁੱਛ ਕੇ ਆਪ ਜੀ ਅਨੰਦਪੁਰ ਆਪਣੇ ਆਰੰਭ ਕੀਤੇ ਹੋਏ ਘਰ-ਬਾਰੀ ਅਸਥਾਨ ਤੇ ਪਹੁੰਚ ਗਏ। ਗੁਰੂ ਜੀ ਦਾ ਤੀਰਥਾਂ ਤੋਂ 5-6 ਸਾਲ ਪਿੱਛੋਂ ਵਾਪਿਸ ਆਉਣਾ ਸੁਣ ਕੇ ਸਿੱਖ ਸੇਵਕ ਵਹੀਰਾਂ ਬਣ ਕੇ ਦਰਸ਼ਨਾਂ ਨੂੰ ਆਉਣ ਲੱਗੇ। ਆਈਆਂ ਸੰਗਤਾਂ ਵਾਸਤੇ ਗੁਰੂ ਜੀ ਦਾ ਅਤੁੱਟ ਲੰਗਰ ਅਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਣ ਲੱਗੀਆਂ। ਇਸ ਪ੍ਰਕਾਰ ਹੀ ਜਦ ਸੰਗਤਾਂ ਦੀ ਗਹਿਮਾ ਗਹਿਮੀ ਵਿੱਚ ਕੁਝ ਸਮਾਂ ਬੀਤ ਗਿਆ ਤਾਂ ਗੁਰੂ ਜੀ ਨੇ ਉਚਿਤ ਸਮਾਂ ਵੇਖ ਕੇ ਸਾਹਿਬਜ਼ਾਦੇ ਨੂੰ ਇੱਕ ਹੋਰ ਸਿੱਖ ਭੇਜ ਕੇ ਪਟਨੇ ਤੋਂ ਪੰਜਾਬ ਸੱਦ ਘੱਲਿਆ। ਇਸ ਵੇਲੇ ਔਰੰਗਜ਼ੇਬ ਮੁਲਕ ਦੇ ਤਮਾਮ ਹਿੰਦੂਆਂ ਨੂੰ ਮੁਸਲਮਾਨ ਕਰਨ ਵਿੱਚ ਲੱਗਾ ਹੋਇਆ ਸੀ। ਜਿਹੜਾ ਹਿੰਦੂ ਮੁਸਲਮਾਨ ਬਣਨ ਤੋਂ ਨਾਂਹ ਕਰਦਾ ਸੀ, ਉਸਨੂੰ ਕੋਈ ਨਾ ਕੋਈ ਬਹਾਨਾ ਕਰਕੇ ਕਤਲ ਕਰ ਦਿੱਤਾ ਜਾਂਦਾ ਸੀ।
ਤੇ ਉਸਦਾ ਘਰ-ਬਾਰ ਜ਼ਬਤ ਕਰ ਲਿਆ ਜਾਂਦਾ ਸੀ। ਔਰੰਗਜ਼ੇਬ ਦੇ ਜ਼ੁਲਮ ਦੀ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਸੀ। ਇਸ ਦੇ ਹਿੰਦੂਆਂ ਨੂੰ ਪੂਜਾ-ਪਾਠ ਤੋਂ ਰੋਕਣ ਵਾਸਤੇ ਉਨ੍ਹਾਂ ਦੇ ਪ੍ਰਸਿੱਧ ਧਰਮ ਸਥਾਨ ਜੈਸਾ ਕਿ ਜੈਪੁਰ, ਅਜਮੇਰ, ਪੁਸ਼ਕਰ, ਮਥੁਰਾ, ਅਯੋਧਿਆ ਅਤੇ ਪ੍ਰਯਾਗਰਾਜ, ਬਨਾਰਸ ਆਦਿ ਦੇ ਮੰਦਰਾਂ ਅਤੇ ਤੀਰਥਾਂ ਨੂੰ ਢਾਹ-ਢੇਰੀ ਕਰ ਦਿੱਤਾ ਤੇ ਵੱਡੇ-ਵੱਡੇ ਹਿੰਦੂਆਂ, ਪੀਰਾਂ, ਸੰਤਾਂ, ਮਹੰਤਾਂ ਨੂੰ ਅਤੇ ਜਾਗੀਰਦਾਰਾਂ ਨੂੰ ਜਬਰੀ ਮੁਸਲਮਾਨ ਕਰਨਾ ਆਰੰਭ ਕੀਤਾ ਹੋਇਆ ਸੀ। ਮੌਤ ਦਾ ਡਰ, ਧਨ, ਇਸਤਰੀ ਆਦਿਕ ਦਾ ਲਾਲਚ ਅਤੇ ਹੋਰ ਕਈ ਤਰ੍ਹਾਂ ਦੇ ਡਰ-ਡਰਾਵੇ ਦੇ ਕੇ ਜਿਵੇਂ-ਕਿਵੇਂ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਕਸ਼ਮੀਰ ਦੇ ਸੂਬੇ ਸ਼ੇਰ ਅਫ਼ਗਾਨ ਖਾਂ ਨੂੰ ਸਖ਼ਤ ਹੁਕਮ ਭੇਜਿਆ ਗਿਆ ਕਿ ਉਹ ਕਸ਼ਮੀਰ ਦੇ ਰਹਿਣ ਵਾਲੇ ਪੰਡਤਾਂ ਨੂੰ ਸ਼ੀਘਰ ਹੀ ਇਸਲਾਮ ਕਬੂਲ ਕਰਾਵੇ। ਇਸ ਸ਼ਾਹੀ ਹੁਕਮ ਦੀ ਪਾਲਣਾ ਵਾਸਤੇ ਜਦ ਸ਼ੇਰ ਅਫ਼ਗਾਨ ਨੇ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਕਰਨ ਵਾਸਤੇ ਤੰਗ ਕੀਤਾ ਤਾਂ ਉਹ ਸੂਬੇ ਪਾਸੋਂ 6 ਮਹੀਨੇ ਦੀ ਮੁਹਲਤ ਲੈ ਕੇ ਆਪਣੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਸੋਚ-ਵਿਚਾਰ ਕਰਨ ਵਾਸਤੇ ਕੁਝ ਵਿਦਵਾਨ ਪੰਡਤਾਂ ਦੀ ਅਗਵਾਈ ਹੇਠ ਸ਼ਿਵਜੀ ਦੇ ਪ੍ਰਸਿੱਧ ਮੰਦਰ ਅਮਰਨਾਥ ਜਾ ਕੇ ਹੋਮ-ਬਰਨੀ ਮੰਤਰ ਦਾ ਜਾਪ ਕਰਨ ਲੱਗੇ ਤੇ ਬੇਨਤੀਆਂ ਕਰਨ ਲੱਗੇ ਕਿ ਸਾਡੇ ਹਿੰਦੂ ਧਰਮ ਦੀ ਰੱਖਿਆ ਕੀਤੀ ਜਾਵੇ। ਉੱਥੋਂ ਪੰਡਤਾਂ ਨੂੰ ਆਕਾਸ਼ਬਾਣੀ ਹੋਈ ਕਿ ਇਸ ਸਮੇਂ ਕਲਯੁਗ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਦੀ ਸ਼ਰਨ ਗ੍ਰਹਿਣ ਕਰੋ। ਉਹ ਇਸ ਸੰਕਟ ਸਮੇਂ ਤੁਹਾਡੇ ਧਰਮ ਦੇ ਚਿੰਨ੍ਹ ਯੰਨੂ ਤੇ ਤਿਲਕ ਦੀ ਰੱਖਿਆ ਕਰ ਸਕਦੇ ਹਨ। ਸ਼ਿਵਜੀ ਦੇ ਮੰਦਰ ਤੋਂ ਇਹ ਸੰਕੇਤ ਲੈ ਕੇ ਪਟਨਾ ਦੇ ਰਹਿਣ ਵਾਲੇ ਇੱਕ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਇੱਕ ਡੈਪੂਟੇਸ਼ਨ ਦੇ ਰੂਪ ਵਿੱਚ ਉਹ ਪੰਜਾਬ ਵਿੱਚ ਆਏ ਅਤੇ ਪੁੱਛਾ ਕੇ ਗੁਰੂ ਜੀ ਦਾ ਪਤਾ ਕਰਕੇ ਅਨੰਦਪੁਰ ਪਹੁੰਚ ਗਏ। ਗੁਰੂ ਜੀ ਇਸ ਸਮੇਂ ਮੰਜੀ ਸਾਹਿਬ ਦੇ ਅਸਥਾਨ ਤੇ ਬੈਠੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਰਹੇ ਸਨ ਕਿ ਪੰਡਤਾਂ ਨੇ ਆਣ ਕੇ ਨਮਸਕਾਰ ਕੀਤੀ। ਉਪਰੰਤ ਉਨ੍ਹਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਔਰੰਗਜ਼ੇਬ ਦੇ ਹੁਕਮ ਨਾਲ ਸੂਬਾ ਕਸ਼ਮੀਰ ਸਾਨੂੰ ਜਬਰੀ ਮੁਸਲਮਾਨ ਕਰਨਾ ਚਾਹੁੰਦਾ ਹੈ, ਆਪ ਸਾਡੀ ਰੱਖਿਆ ਕਰੋ। ਪੰਡਤਾਂ ਦੀ ਸਾਰੀ ਵਿੱਥਿਆ ਸੁਣ ਕੇ ਗੁਰੂ ਜੀ ਚੁੱਪ ਕਰਕੇ ਕੁਝ ਸੋਚ ਰਹੇ ਸਨ ਕਿ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਖੇਡਦੇ-ਖੇਡਦੇ ਉੱਥੇ ਆ ਗਏ ਤੇ ਗੁਰੂ ਪਿਤਾ ਜੀ ਨੂੰ ਸੋਚ ਵਿੱਚ ਬੈਠੇ ਵੇਖ ਕੇ ਪੁੱਛਿਆ, ਪਿਤਾ ਜੀ ਤੁਸੀਂ ਇਸ ਤਰ੍ਹਾਂ ਕੀ ਸੋਚ ਰਹੇ ਹੋ? ਗੁਰੂ ਜੀ ਨੇ ਕਿਹਾ, ਬੇਟਾ ਇਹ ਕਸ਼ਮੀਰੀ ਪੰਡਤ ਔਰੰਗਜ਼ੇਬ ਦੇ ਜ਼ੁਲਮ ਤੋਂ ਸਤਾਏ ਹੋਏ ਸਾਡੇ ਪਾਸ ਆਏ ਹਨ ਕਿ ਇਹਨਾਂ ਦੇ ਹਿੰਦੂ ਧਰਮ ਨੂੰ ਬਚਾਇਆ ਜਾਵੇ, ਪਰ ਇਹਨਾਂ ਦੀ ਧਰਮ ਰੱਖਿਆ ਵਾਸਤੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ, ਜਿਹੜਾ ਆਪਣਾ ਸੀਸ ਦੇ ਕੇ ਇਹਨਾਂ ਦਾ ਧਰਮ ਬਚਾਵੇ। ਸਾਹਿਬਜ਼ਾਦੇ ਨੇ ਪਿਤਾ ਗੁਰੂ ਜੀ ਪਾਸੋਂ ਇਹ ਗੱਲ ਸੁਣ ਕੇ ਆਖਿਆ, ਪਿਤਾ ਜੀ ਤੁਹਾਡੇ ਨਾਲੋਂ ਹੋਰ ਕੌਣ ਮਹਾਂਪੁਰਖ ਹੈ ਜਿਹੜਾ ਇਹਨਾਂ ਦੀ ਖਾਤਰ ਆਪਣਾ ਸੀਸ ਦੇਵੇ। ਸਾਹਿਬਜ਼ਾਦੇ ਪਾਸੋਂ ਇਹ ਗੱਲ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਕਿ ਸਾਹਿਬਜ਼ਾਦਾ ਸਾਡੇ ਪਿੱਛੋਂ ਕਾਰਜ ਸੰਭਾਲ ਲਵੇਗਾ, ਅਰਥਾਤ ਡੋਲੇਗਾ, ਡਰੇਗਾ ਨਹੀਂ। ਸੋ ਗੁਰੂ ਜੀ ਨੇ ਪੰਡਤਾਂ ਨੂੰ ਕਿਹਾ ਕਿ ਤੁਸੀਂ ਸੂਬੇ ਨੂੰ ਕਹਿ ਦਿਓ ਕਿ ਸਾਡੇ ਗੁਰੂ ਤੇਗ ਬਹਾਦਰ ਜੀ ਜੋ ਹੁਕਮ ਮੁਸਲਮਾਨ ਹੋਣ ਦਾ ਜਾਂ ਕਤਲ ਹੋਣ ਦਾ ਦੇਣਗੇ ਉਹ ਅਸੀਂ ਮੰਨ ਲਵਾਂਗੇ। ਇਹ ਬਚਨ ਲੈ ਕੇ ਪੰਡਤ ਪ੍ਰਣਾਮ ਕਰਕੇ ਵਾਪਿਸ ਚਲੇ ਗਏ ਅਤੇ ਸ਼ੇਰ ਅਫ਼ਗਾਨ ਖਾਨ ਨੂੰ ਜਿਵੇਂ ਗੁਰੂ ਜੀ ਨੇ ਆਖਿਆ ਸੀ ਜਾ ਕਿਹਾ। ਉਪਰੰਤ ਸ਼ੇਰ ਅਫ਼ਗਾਨ ਨੇ ਇਹੀ ਗੱਲ ਔਰੰਗਜ਼ੇਬ ਨੂੰ ਜਦ ਦਿੱਲੀ ਭੇਜੀ ਤਾਂ ਉਹ ਬੜਾ ਖੁਸ਼ ਹੋਇਆ। ਉਪਰੰਤ ਆਪਣੇ ਕਾਜ਼ੀ ਤੇ ਮੁਲਾਣਿਆਂ ਦੀ ਸਲਾਹ ਨਾਲ ਕਿ ਜੇ ਇੱਕ ਆਦਮੀ ਦੇ ਦੀਨ ਵਿੱਚ ਆਉਣ ਨਾਲ ਬੇਅੰਤ ਹਿੰਦੂ ਕਾਫ਼ਰ ਮੋਮਨ ਬਣ ਜਾਣ ਤਾਂ ਬੜੀ ਖੁਸ਼ੀ ਦੀ ਗੱਲ ਹੈ। ਔਰੰਗਜ਼ੇਬ ਨੇ 2 ਅਹਿਦੀਏ ਤਿਆਰ ਕਰਕੇ ਗੁਰੂ ਜੀ ਨੂੰ ਦਿੱਲੀ ਲਿਆਉਣ ਵਾਸਤੇ ਅਨੰਦਪੁਰ ਭੇਜ ਦਿੱਤੇ। ਅਹਿਦੀਏ ਅਨੰਦਪੁਰ ਆਣ ਕੇ ਗੁਰੂ ਜੀ ਦਾ ਸੰਤ ਸੁਭਾਅ ਤੇ ਤੇਜ ਪ੍ਰਤਾਪ ਵੇਖ ਕੇ ਬੜੇ ਪ੍ਰਸੰਨ ਹੋਏ। ਉਨ੍ਹਾਂ ਦੇ ਦੀਵਾਨ ਮਤੀ ਦਾਸ ਅਤੇ ਗੁਰਬਖਸ਼ ਆਦਿਕ ਗੁਰਸਿੱਖਾਂ ਨੇ ਗੱਲਾਂ-ਬਾਤਾਂ ਕਰਕੇ ਉਨ੍ਹਾਂ ਦੇ ਮਨ ਪ੍ਰੇਰ ਲਏ ਅਤੇ ਕਿਹਾ ਕਿ ਗੁਰੂ ਜੀ ਆਪ ਛੇਤੀ ਹੀ ਦਿੱਲੀ ਪਹੁੰਚ ਜਾਣਗੇ, ਤੁਸੀਂ ਇਹੀ ਗੱਲ ਦਿੱਲੀ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ। ਇਹ ਬਚਨ ਲੈ ਕੇ ਅਹਿਦੀਏ ਵਾਪਿਸ ਦਿੱਲੀ ਚਲੇ ਗਏ ਅਤੇ ਬਾਦਸ਼ਾਹ ਨੂੰ ਗੁਰੂ ਜੀ ਵੱਲੋਂ ਦਿੱਤਾ ਸੁਨੇਹਾ ਕਿਹਾ। ਅਹਿਦੀਆਂ ਨੂੰ ਤੋਰ ਕੇ ਗੁਰੂ ਜੀ ਨੇ ਆਪਣੇ ਬਾਲਕ ਸਪੁੱਤਰ ਸ੍ਰੀ ਗੋਬਿੰਦ ਰਾਏ ਜੀ ਨੂੰ ਗੁਰੂ ਘਰ ਦਾ ਸਾਰਾ ਕਾਰ-ਵਿਹਾਰ ਸਮਝਾ ਦਿੱਤਾ ਤੇ ਮਸੰਦਾਂ ਅਤੇ ਮੁਖੀ ਸਿੱਖਾਂ ਨੂੰ ਸਾਹਿਬਜ਼ਾਦੇ ਦੀ ਸੇਵਾ ਸੰਭਾਲ ਤੇ ਮਾਤਾ ਜੀ ਦੀ ਆਗਿਆ ਵਿੱਚ ਰਹਿਣ ਦਾ ਹੁਕਮ ਕਰਕੇ ਅਰਦਾਸ ਕੀਤੀ ਤੇ 5 ਸਿੱਖਾਂ ਦੇ ਨਾਲ ਅਨੰਦਪੁਰ ਤੋਂ ਚੱਲ ਕੇ ਕੀਰਤਪੁਰ ਪਹੁੰਚੇ। ਇੱਥੇ ਬਾਬਾ ਸੂਰਜਮਲ ਆਦਿਕ ਸਾਰੇ ਪਰਿਵਾਰ ਨੇ ਮਿਲ ਕੇ ਬੜਾ ਦੁੱਖ ਪ੍ਰਗਟ ਕੀਤਾ ਕਿ ਔਰੰਗਾ ਬੜਾ ਜ਼ਾਲਮ ਹੈ, ਉਹ ਪਾਸ ਆਪ ਜਾ ਰਹੇ ਹੋ, ਸਾਨੂੰ ਬੜੀ ਚਿੰਤਾ ਹੈ। ਦੂਸਰੇ ਦਿਨ ਗੁਰੂ ਜੀ ਨੇ ਆਪਣੇ ਵੱਡਿਆਂ ਦੇ ਅਸਥਾਨਾਂ ਤੇ ਕੜਾਹ ਪ੍ਰਸ਼ਾਦ ਵਰਤਾ ਕੇ ਪਰਿਵਾਰ ਨੂੰ ਧੀਰਜ ਦਿੱਤਾ।
ਅਤੇ ਕੀਰਤਪੁਰ ਤੋਂ ਚੱਲ ਕੇ ਰਾਤ ਨੂੰ ਭਗਤਗੜ੍ਹ ਜਾ ਠਹਿਰੇ। ਭਗਤਗੜ੍ਹ ਤੋਂ ਚੱਲ ਕੇ ਰੋਪੜ ਅਤੇ ਅੱਗੇ ਕੁਝ ਪਿੰਡਾਂ ਦੇ ਲੋਕਾਂ ਨੂੰ ਸਤਿਨਾਮ ਦਾ ਉਪਦੇਸ਼ ਕਰਦੇ ਹੋਏ ਪਟਿਆਲੇ ਤੋਂ 5 ਮੀਲ ਉੱਤਰ ਸੈਫਾਬਾਦ ਨਵਾਬ ਸੈਫ ਅਲੀ ਖਾਂ ਦੇ ਪ੍ਰੇਰ ਕਰਕੇ ਉਸ ਪਾਸ ਜਾ ਠਹਿਰੇ। ਨਵਾਬ ਸੈਫ ਅਲੀ ਨੇ ਗੁਰੂ ਜੀ ਨੂੰ ਚੌਮਾਸਾ ਆਪਣੇ ਪਾਸ ਰੱਖ ਕੇ ਬੜੀ ਟਹਿਲ ਸੇਵਾ ਕੀਤੀ। ਇੱਥੋਂ ਵਿਦਾ ਹੋ ਕੇ ਫਿਰ ਗੁਰੂ ਜੀ ਪਟਿਆਲੇ ਮੋਤੀ ਬਾਗ ਦੇ ਅਸਥਾਨ 'ਤੇ ਆਏ। ਦੂਸਰੇ ਦਿਨ ਇੱਥੋਂ ਚੱਲ ਕੇ ਆਪ ਜੀ ਸਾਹਮਣੇ ਮੁਹੰਮਦ ਬਖ਼ਸ਼ ਇੱਕ ਅਮੀਰ ਸ਼ਰਧਾਲੂ ਪਾਸ ਗਏ। ਇਸਨੇ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਕੁਝ ਦਿਨ ਆਪਣੇ ਪਾਸ ਰੱਖਿਆ। ਉਪਰੰਤ ਜਦ ਔਰੰਗਜ਼ੇਬ ਦੇ ਅਹਿਦੀਏ ਗੁਰੂ ਜੀ ਨੂੰ ਲੱਭਦੇ ਲੱਭਦੇ ਸਮਾਣੇ ਆਏ ਤਾਂ ਉਹਨਾਂ ਨੇ ਮੁਹੰਮਦ ਬਖ਼ਸ਼ ਨੂੰ ਪੁੱਛਿਆ, ਅਸੀਂ ਗੁਰੂ ਜੀ ਨੂੰ ਫੜਨ ਵਾਸਤੇ ਲੱਭਦੇ ਫਿਰਦੇ ਹਾਂ। ਇਹ ਗੱਲ ਸੁਣ ਕੇ ਮੁਹੰਮਦ ਬਖ਼ਸ਼ ਨੇ ਉਹਨਾਂ ਨੂੰ ਕਿਹਾ ਕਿ ਗੁਰੂ ਜੀ ਇੱਥੇ ਨਹੀਂ ਹਨ, ਜੇ ਹੁੰਦੇ ਤਾਂ ਅਸੀਂ ਆਪ ਉਹਨਾਂ ਨੂੰ ਫੜਾ ਕੇ ਬਾਦਸ਼ਾਹ ਤੋਂ ਇਨਾਮ ਲੈਂਦੇ। ਮੁਹੰਮਦ ਬਖ਼ਸ਼ ਦੀ ਗੱਲ ਸੁਣ ਕੇ ਅਹਿਦੀਏ ਤਾਂ ਚਲੇ ਗਏ, ਪਰ ਮੁਹੰਮਦ ਬਖ਼ਸ਼ ਆਪ ਘਾਬਰ ਗਿਆ ਤੇ ਜਦ ਗੁਰੂ ਜੀ ਪਾਸ ਆਣ ਕੇ ਗੱਲ ਦੱਸੀ ਤਾਂ ਗੁਰੂ ਜੀ ਨੇ ਕਿਹਾ, ਤੂੰ ਡਰ ਨਾ, ਅਸੀਂ ਉੱਧਰ ਹੀ ਜਾ ਰਹੇ ਹਾਂ। ਇੱਥੋਂ ਗੁਰੂ ਜੀ ਨੇ ਆਪਣੇ ਸਾਰੇ ਸਾਥੀ ਸ਼ਰਧਾਲੂਆਂ ਨੂੰ ਵਾਪਸ ਮੋੜ ਦਿੱਤਾ। ਆਪਣੇ ਨਾਲ ਕੇਵਲ 5 ਸਿੱਦਕੀ ਸਿੱਖ ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਉਦੋਂ ਅਤੇ ਭਾਈ ਜੈਤਾ ਨੂੰ ਨਾਲ ਲੈ ਕੇ ਦੂਜੇ ਦਿਨ ਸਮਾਣੇ ਤੋਂ ਚੱਲ ਕੇ ਚੀਕੇ ਫਿਰ ਕੈਂਥਲ, ਜੀਂਦ ਅਤੇ ਕਨੌੜ ਆਦਿਕ ਨਗਰਾਂ ਤੋਂ ਹੁੰਦੇ ਹੋਏ ਆਗਰੇ ਪਹੁੰਚ ਗਏ। ਆਗਰੇ ਗੁਰੂ ਘਰ ਦੀ ਇੱਕ ਪ੍ਰੇਮਣ ਮਾਈ ਰਹਿੰਦੀ ਸੀ, ਜਿਸ ਦਾ ਨਾਮ ਭਾਗੋ ਸੀ। ਗੁਰੂ ਜੀ ਉਸਦਾ ਪ੍ਰੇਮ ਤੇ ਚਿਰੰਕਾਲ ਦੀ ਦਰਸ਼ਨ ਇੱਛਾ ਨੂੰ ਪੂਰੀ ਕਰਨ ਵਾਸਤੇ ਉਸਦੇ ਘਰ ਜਾ ਵਿਰਾਜੇ। ਗੁਰੂ ਜੀ ਦੇ ਦਰਸ਼ਨ ਕਰਕੇ ਮਾਈ ਅਤੀ ਪ੍ਰਸੰਨ ਹੋਈ। ਗੁਰੂ ਜੀ ਦੇ ਦਰਸ਼ਨ ਕਰਕੇ ਮਾਈ ਮਾਈ ਨੇ ਗੁਰੂ ਜੀ ਨੂੰ ਪੋਸ਼ਾਕਾਂ ਅਤੇ ਸਿੱਖਾਂ ਨੂੰ ਬਰੀਕ ਸੂਤਰ ਦੇ ਕੱਤੇ ਹੋਏ ਖੱਦਰ ਦੇ ਰੇਜੇ ਭੇਟਾ ਕੀਤੇ ਅਤੇ ਬੜੇ ਪ੍ਰੇਮ ਨਾਲ 2 ਦਿਨ ਆਪਣੇ ਘਰ ਰੱਖ ਕੇ ਸੇਵਾ ਕੀਤੀ। ਇਸ ਸੁਭਾਗੇ ਸਥਾਨ ਦਾ ਨਾਮ ਹੁਣ ਗੁਰਦੁਆਰਾ ਮਾਈ ਥਾਨ ਪ੍ਰਸਿੱਧ ਹੈ। ਮਾਈ ਦੇ ਘਰ ਤੋਂ ਗੁਰੂ ਜੀ ਸ਼ਹਿਰ ਤੋਂ ਇੱਕ ਬਾਗ ਵਿੱਚ ਜਾ ਬੈਠੇ। ਆਪਣੇ 5 ਸਿੱਖਾਂ ਨਾਲ ਬਾਗ ਵਿੱਚ ਬੈਠ ਕੇ ਆਪ ਜੀ ਨੇ ਇੱਕ ਬੱਕਰੀਆਂ ਚਾਰਨ ਵਾਲੇ ਮੁੰਡੇ ਨੂੰ ਆਪਣੀ ਅੰਗੂਠੀ ਅਤੇ ਦੁਸ਼ਾਲਾ ਦਿੱਤਾ। ਇਹ ਅੰਗੂਠੀ ਵੇਚ ਕੇ 2 ਰੁਪਈਆਂ ਦੀ ਮਠਿਆਈ ਇਸ ਦੁਸ਼ਾਲੇ ਵਿੱਚ ਪਵਾ ਕੇ ਲਿਆ। ਇਹ ਮੁੰਡਾ ਜਦ ਹਲਵਾਈ ਦੀ ਦੁਕਾਨ ਤੋਂ ਮੁੰਦਰੀ ਦੇ ਕੇ ਮਿਠਾਈ ਦੁਸ਼ਾਲੇ ਵਿੱਚ ਪਵਾਉਣ ਲੱਗਾ ਤਾਂ ਹਲਵਾਈ ਨੂੰ ਇਸ 'ਤੇ ਸ਼ੱਕ ਹੋਇਆ ਕਿ ਕੀਮਤੀ ਚੀਜ਼ਾਂ ਇਹ ਮੁੰਡਾ ਕਿਸੇ ਦੀਆਂ ਚੁਰਾ ਕੇ ਲਿਆਇਆ ਹੈ। ਹਲਵਾਈ ਨੇ ਮੁੰਡੇ ਨੂੰ ਇਸ ਸ਼ੱਕ ਕਰਕੇ ਕੋਤਵਾਲੀ ਲਿਜਾ ਕੇ ਗ੍ਰਿਫਤਾਰ ਕਰਾ ਦਿੱਤਾ। ਕੋਤਵਾਲ ਦੇ ਪੁੱਛਣ 'ਤੇ ਚੀਜ਼ਾਂ ਤੂੰ ਕਿੱਥੋਂ ਲਈਆਂ ਹਨ? ਮੁੰਡੇ ਨੇ ਦੱਸਿਆ ਕਿ ਇੱਕ ਸੰਤ ਆਪਣੇ ਕੁਝ ਸਾਥੀਆਂ ਨਾਲ ਬਾਗ ਵਿੱਚ ਬੈਠਾ ਹੈ। ਇਹ ਚੀਜ਼ਾਂ ਉਸਨੇ ਮੈਨੂੰ ਦੇ ਕੇ ਮਿਠਾਈ ਲੈਣ ਭੇਜਿਆ ਸੀ। ਕੋਤਵਾਲ ਆਪਣੇ ਨਾਲ ਸਿਪਾਹੀ ਲੈ ਕੇ ਜਦ ਬਾਗ ਵਿੱਚ ਪਹੁੰਚਿਆ ਤਾਂ ਉਸਨੂੰ ਪਤਾ ਲੱਗਾ ਕਿ ਇਹ ਹਿੰਦੂਆਂ ਦੇ ਪੀਰ ਸ਼੍ਰੀ ਤੇਗ ਬਹਾਦਰ ਜੀ ਹਨ। ਉਸਨੇ ਮਹਾਰਾਜ ਨੂੰ ਫੜ ਕੇ ਸਿੱਖ ਸਮੇਤ ਕੋਤਵਾਲੀ ਬੰਦ ਕਰ ਦਿੱਤਾ ਅਤੇ ਦਿੱਲੀ ਆਪ ਜੀ ਦੀ ਗ੍ਰਿਫਤਾਰੀ ਦੀ ਖਬਰ ਭੇਜ ਦਿੱਤੀ। ਔਰੰਗਜ਼ੇਬ ਦੇ ਹੁਕਮ ਅਨੁਸਾਰ ਗੁਰੂ ਜੀ ਨੂੰ ਇੱਕ ਤਕੜੇ ਪਹਿਰੇ ਹੇਠ ਦਿੱਲੀ ਭੇਜ ਦਿੱਤਾ ਗਿਆ ਤੇ ਚਾਂਦਨੀ ਚੌਕ ਦੀ ਕੋਤਵਾਲੀ ਦੀ ਇੱਕ ਕੋਠੜੀ ਵਿੱਚ 5 ਸਿੱਖਾਂ ਸਹਿਤ ਬੰਦ ਕਰ ਦਿੱਤਾ ਗਿਆ। ਦੂਜੇ ਦਿਨ ਔਰੰਗਜ਼ੇਬ ਦੇ ਹੁਕਮ ਅਨੁਸਾਰ ਸ਼ਾਹੀ ਕਾਜ਼ੀ ਨੇ ਆਪ ਜੀ ਨੂੰ ਕੋਤਵਾਲੀ ਦੀ ਬੰਦ ਕੋਠੜੀ ਵਿੱਚ ਆਖਿਆ ਕਿ ਬਾਦਸ਼ਾਹ ਦਾ ਹੁਕਮ ਹੈ ਕਿ ਆਪ ਜੇਕਰ ਸਾਡਾ ਦੀਨ ਪ੍ਰਵਾਨ ਕਰ ਲਵੋ ਤਾਂ ਤੁਹਾਨੂੰ ਸਭ ਸੁੱਖ ਸਾਧਨ ਤੇ ਧਨ ਤਥਾ ਵੱਡੀਆਂ ਜਾਗੀਰਾਂ ਤੇ ਮਾਣ ਵਡਿਆਈ ਦਿੱਤੀ ਜਾਵੇਗੀ। ਸਾਡੇ ਦੀਨ ਇਸਲਾਮ ਵਿੱਚ ਤੁਹਾਨੂੰ ਪੀਰ ਕਹਿ ਕੇ ਹੀ ਮੰਨਿਆ ਤੇ ਪੂਜਿਆ ਜਾਵੇਗਾ। ਗੁਰੂ ਜੀ ਨੇ ਕਿਹਾ, ਸਰੀਰਕ ਸੁੱਖਾਂ ਦੇ ਭੋਗਣ ਵਾਸਤੇ ਅਸੀਂ ਪਰਮੇਸ਼ਵਰ ਵੱਲੋਂ ਦਿੱਤਾ ਹੋਇਆ ਆਪਣਾ ਧਰਮ ਨਹੀਂ ਛੱਡ ਸਕਦੇ। ਜੇ ਪਰਮਾਤਮਾ ਦੇ ਦਿੱਤੇ ਹੋਏ ਨੂੰ ਛੱਡ ਕੇ ਦੂਸਰਾ ਧਰਮ ਗ੍ਰਹਿਣ ਕਰੀਏ ਤਾਂ ਉਸਦੇ ਹੁਕਮ ਦੀ ਉਲੰਘਣਾ ਹੁੰਦੀ ਹੈ। ਫਿਰ ਕਾਜ਼ੀ ਨੇ ਕਿਹਾ, ਬਾਦਸ਼ਾਹ ਦਾ ਹੁਕਮ ਹੈ ਕਿ ਜੇਕਰ ਸਾਡਾ ਦੀਨ ਨਹੀਂ ਮੰਨਦੇ ਤਾਂ ਜੋ ਮੈਂ ਆਖਾਂ ਉਹ ਕਰਾਮਾਤ ਵਿਖਾਉਣ। ਗੁਰੂ ਜੀ ਨੇ ਕਿਹਾ, ਕਰਾਮਾਤ ਕਹਿਰ ਦਾ ਨਾਮ ਹੈ, ਅਸਾਂ ਕਿਸੇ ਉੱਤੇ ਕਹਿਰ ਨਹੀਂ ਕਰਨਾ। ਫਿਰ ਕਾਜ਼ੀ ਨੇ ਕਿਹਾ, ਜੇਕਰ ਕਰਾਮਾਤ ਵੀ ਨਹੀਂ ਵਿਖਾਉਣੀ ਤਾਂ ਫਿਰ ਕਤਲ ਕੀਤੇ ਜਾਓਗੇ। ਗੁਰੂ ਜੀ ਨੇ ਕਿਹਾ, ਇਹ ਜਗਤ ਮੁਸਾਫਰਾਂ ਦੀ ਸਰਾਏ ਹੈ, ਇੱਥੇ ਸਭ ਨੇ ਅੱਗੇ ਪਿੱਛੇ ਕਰਕੇ ਚਲੇ ਜਾਣਾ ਹੈ। ਅਸੀਂ ਇੱਥੋਂ ਤੁਰ ਜਾਣ ਵਾਸਤੇ ਤਿਆਰ ਬੈਠੇ ਹਾਂ। ਇਹ ਉੱਤਰ ਸੁਣ ਕੇ ਗੁਰੂ ਜੀ ਨੂੰ ਫਿਰ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਖਾਣਾ ਪੀਣਾ ਦੇਣਾ ਵੀ ਬੰਦ ਕਰ ਦਿੱਤਾ।
ਫਿਰ ਗੁਰੂ ਜੀ ਨੂੰ ਮੌਤ ਤੋਂ ਭੈਭੀਤ ਕਰਨ ਵਾਸਤੇ ਆਪ ਜੀ ਦੇ ਦੋ ਅਨਿੱਨ ਸਿੱਖਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਬਿਠਾਲ ਕੇ ਆਪ ਜੀ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਜਦ ਆਪਣੇ ਪਿਆਰੇ ਸਿਦਕੀ ਸਿੱਖਾਂ ਨੂੰ ਇਸ ਤਰ੍ਹਾਂ ਤਸੀਹੇ ਸਹਾਰ ਕੇ ਸ਼ਹੀਦ ਹੁੰਦੇ ਵੇਖ ਕੇ ਆਪ ਬਿਲਕੁਲ ਅਡੋਲ ਆਪਣੀ ਸਹਿਜ ਅਵਸਥਾ ਵਿੱਚ ਬੈਠੇ ਰਹੇ। ਫਿਰ ਆਪ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਕੇ ਔਰੰਗਜ਼ੇਬ ਦੇ ਹੁਕਮ ਅਨੁਸਾਰ ਆਮ ਲੋਕਾਂ ਦੇ ਸਾਹਮਣੇ ਕਤਲ ਕਰ ਦੇਣ ਦਾ ਹੁਕਮ ਸੁਣਾਇਆ ਗਿਆ। ਜਦ ਇਸ ਤਰ੍ਹਾਂ ਔਰੰਗਜ਼ੇਬ ਵੱਲੋਂ ਅੰਤਮ ਹੁਕਮ ਹੋ ਗਿਆ ਤਾਂ ਗੁਰੂ ਜੀ ਨੇ ਮਾਤਾ ਨਾਨਕੀ ਜੀ ਨੂੰ ਧੀਰਜ ਦੇਣ ਲਈ ਇੱਕ ਚਿੱਠੀ ਲਿਖੀ ਅਤੇ ਇਸ ਦੇ ਨਾਲ ਹੀ 5 ਪੈਸੇ ਤੇ ਨਾਰੀਅਲ ਦੇ ਕੇ ਸਾਹਿਬਜ਼ਾਦੇ ਨੂੰ ਗੁਰਿਆਈ ਦਾ ਤਿਲਕ ਦੇਣ ਵਾਸਤੇ ਭਾਈ ਗੁਰਦਿੱਤਾ ਜੀ ਨੂੰ ਅਨੰਦਪੁਰ ਭੇਜ ਦਿੱਤਾ। ਗੁਰੂ ਜੀ ਦੀ ਚਿੱਠੀ ਪੜ੍ਹ ਕੇ ਸਾਰੇ ਪਰਿਵਾਰ ਅਤੇ ਸਿੱਖ ਸੰਗਤਾਂ ਨੂੰ ਬਹੁਤ ਦੁੱਖ ਹੋਇਆ। ਸਾਹਿਬਜ਼ਾਦਾ ਜੀ ਨੇ ਸਭ ਨੂੰ ਧੀਰਜ ਦਿੱਤੀ। ਸਾਹਿਬਜ਼ਾਦੇ ਵੱਲੋਂ ਇਹ ਉੱਤਰ ਪੜ੍ਹ ਕੇ ਗੁਰੂ ਜੀ ਨੂੰ ਬਹੁਤ ਪ੍ਰਸੰਨ ਹੋਏ ਕਿ ਸਾਹਿਬਜ਼ਾਦਾ ਸਾਡੀ ਸ਼ਹੀਦੀ ਨਾਲ ਘਬਰਾਏਗਾ ਨਹੀਂ, ਆਉਣ ਵਾਲੇ ਸਮੇਂ ਨੂੰ ਚੰਗੀ ਤਰ੍ਹਾਂ ਸੰਭਾਲ ਲਵੇਗਾ। ਜਦ ਗੁਰੂ ਜੀ ਨੇ ਔਰੰਗਜ਼ੇਬ ਦੀ ਦੀਨ ਇਸਲਾਮ ਕਬੂਲ ਕਰਨ ਵਾਲੀ ਅਤੇ ਕਰਾਮਾਤ ਵਿਖਾਉਣ ਵਾਲੀ ਕੋਈ ਗੱਲ ਵੀ ਨਾ ਮੰਨੀ ਤਾਂ ਉਸ ਨੇ ਆਪ ਜੀ ਨੂੰ ਸ਼ਹੀਦ ਕਰਨ ਦੇਣ ਦਾ ਹੁਕਮ ਕਰ ਦਿੱਤਾ। ਨਿਯਤ ਸਮੇਂ ਤੇ ਇੱਕ ਦਿਨ ਪਹਿਲਾਂ ਸ਼ਹਿਰ ਵਿੱਚ ਡੋਡੀ ਪਿਟਵਾਈ ਗਈ ਕਿ ਕੱਲ੍ਹ ਜੁਮੇਰਾਤ ਨੂੰ 1:30 ਪਹਿਰ ਚੜ੍ਹੇ ਹਿੰਦੂਆਂ ਦੇ ਪੀਰ ਨੂੰ ਚਾਂਦਨੀ ਚੌਕ ਵਿੱਚ ਕੋਤਵਾਲੀ ਤੋਂ ਬਾਹਰ ਆਮ ਲੋਕਾਂ ਦੇ ਸਾਹਮਣੇ ਤਲਵਾਰ ਨਾਲ ਕਤਲ ਕੀਤਾ ਜਾਵੇਗਾ। ਸੋ ਨਿਯਤ ਸਮੇਂ ਤੋਂ ਕੁਝ ਚਿਰ ਪਹਿਲਾਂ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚੋਂ ਕੱਢ ਕੇ ਕੋਤਵਾਲੀ ਦੇ ਬਾਹਰ ਖੂਹ 'ਤੇ ਲਿਆਂਦਾ ਗਿਆ। ਗੁਰੂ ਜੀ ਨੇ ਪਹਿਲਾਂ ਖੂਹ ਦੇ ਜਲ ਨਾਲ ਇਸ਼ਨਾਨ ਕੀਤਾ, ਨਵੇਂ ਕੱਪੜੇ ਪਹਿਨੇ ਤੇ ਫਿਰ ਚੌਂਕੜਾ ਮਾਰ ਕੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਇਸ ਸਮੇਂ ਸਮਾਣੇ ਦੇ ਰਹਿਣ ਵਾਲਾ ਸੱਯਦ ਜਲਾਲ ਦੀਨ ਆਪ ਜੀ ਦੇ ਸਿਰ ਉੱਤੇ ਨੰਗੀ ਤਲਵਾਰ ਲੈ ਕੇ ਖੜ੍ਹਾ ਰਿਹਾ ਤੇ ਜਦ ਆਪ ਜੀ ਨੇ ਜਪਜੀ ਸਾਹਿਬ ਦਾ ਭੋਗ ਪਾ ਕੇ ਸੀਸ ਨਿਵਾਇਆ ਤਾਂ ਹਥਿਆਰੇ ਜਲਾਦ ਨੇ ਤਲਵਾਰ ਦੇ ਇੱਕ ਭਰਪੂਰ ਵਾਰ ਨਾਲ ਆਪ ਜੀ ਦਾ ਸ਼ੀਸ਼ ਧੜ ਤੋਂ ਵੱਖ ਕਰ ਦਿੱਤਾ। ਇਹ ਨਿਰਦਈ ਕਾਰਾ ਵੇਖ ਕੇ ਵੇਖਣ ਸੁਣਨ ਵਾਲੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਲੋਕ ਤਰਾਹ-ਤਰਾਹ ਕਰ ਉੱਠੇ। ਲੋਕਾਂ ਦੀਆਂ ਆਹਾਂ ਤੇ ਸਿਸਕੀਆਂ ਨਾਲ ਅੰਧੇਰ ਛਾ ਗਿਆ। ਗੁਰੂ ਜੀ ਦੇ ਸ਼ਹੀਦ ਹੋਣ ਸਮੇਂ ਜੋ ਹਾਹਾਕਾਰ ਅਤੇ ਹਫੜਾ-ਦਫੜੀ ਮੱਚ ਗਈ ਸੀ, ਉਸ ਵਿੱਚ ਭਾਈ ਜੈਤਾ ਜੋ ਪਿੱਛੋਂ ਦਸ਼ਮੇਸ਼ ਜੀ ਤੋਂ ਅੰਮ੍ਰਿਤ ਛਕ ਕੇ ਜਿਉਣ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਇਆ, ਗੁਰੂ ਜੀ ਦਾ ਸੀਸ ਕੱਪੜੇ ਵਿੱਚ ਲਪੇਟ ਕੇ ਅਨੰਦਪੁਰ ਦੇ ਰਾਹ ਭੀੜ ਵਿੱਚੋਂ ਵਾਹੋ-ਦਾਹੀ ਨਿਕਲ ਤੁਰਿਆ ਤੇ ਰਾਤ-ਦਿਨ ਇੱਕ ਕਰਕੇ ਕੀਰਤਪੁਰ ਪਹੁੰਚ ਕੇ ਮਾਤਾ ਜੀ ਨੂੰ ਅਨੰਦਪੁਰ ਸੁਨੇਹਾ ਭੇਜਿਆ ਕਿ ਗੁਰੂ ਜੀ ਦਾ ਸੀਸ ਲੈ ਆਂਦਾ ਹੈ। ਅਨੰਦਪੁਰ ਤੋਂ ਸਿੱਖ ਸੰਗਤ ਨਾਲ ਆਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਸ ਨੂੰ ਪਾਲਕੀ ਵਿੱਚ ਰੱਖ ਕੇ ਅਨੰਦਪੁਰ ਲੈ ਗਏ ਅਤੇ ਚੰਦਨ ਚਿਖਾ ਤਿਆਰ ਕਰਕੇ ਉਸ ਸਥਾਨ 'ਤੇ ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਸ਼ੀਸ਼ਗੰਜ ਹੈ, ਸੰਸਕਾਰ ਕਰ ਦਿੱਤਾ। ਇਸ ਸਮੇਂ ਸ੍ਰੀ ਦਸ਼ਮੇਸ਼ ਜੀ ਨੇ ਬਚਨ ਕੀਤਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆਂ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆਂ ਪਰ ਸਿਰ ਨਾ ਦੀਆ। ਜਦ ਭਾਈ ਜੇਤਾ ਜੀ ਗੁਰੂ ਜੀ ਦਾ ਪਵਿੱਤਰ ਸੀਸ ਲੈ ਕੇ ਭੀੜ ਵਿੱਚੋਂ ਨਿਕਲ ਗਿਆ ਤਾਂ ਪਿੱਛੋਂ ਸੰਧਿਆ ਦੇ ਹਨੇਰੇ ਸਮੇਂ ਭਾਈ ਉਦੋਂ ਦੀ ਪ੍ਰੇਰਨਾ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਆਦਮੀਆਂ ਦੀ ਸਹਾਇਤਾ ਨਾਲ ਗੁਰੂ ਜੀ ਦਾ ਪਵਿੱਤਰ ਧੜ ਆਪਣੇ ਗੱਡੇ ਵਿੱਚ ਰੱਖ ਕੇ ਲੈ ਗਿਆ ਅਤੇ ਆਪਣੇ ਘਰ ਪਿੰਡ ਰਕਾਬਗੰਜ ਵਿੱਚ ਲਿਜਾ ਕੇ ਬੜੇ ਸਤਿਕਾਰ ਨਾਲ ਸੰਸਕਾਰ ਕਰਕੇ ਫੁੱਲ ਅਸਤੀਆਂ ਵਿਭੂਤੀ ਸਹਿਤ ਇੱਕ ਗਾਗਰ ਵਿੱਚ ਬੰਦ ਕਰਕੇ ਉੱਥੇ ਸੰਸਕਾਰ ਸਥਾਨ 'ਤੇ ਹੀ ਟੋਆ ਪੁੱਟ ਕੇ ਦੱਬ ਦਿੱਤੀ ਅਤੇ ਇਸ ਕਾਰਵਾਈ ਦੀ ਖ਼ਬਰ ਮਾਤਾ ਜੀ ਅਤੇ ਦਸ਼ਮੇਸ਼ ਜੀ ਨੂੰ ਅਨੰਦਪੁਰ ਜਾ ਦਿੱਤੀ। ਇਸ ਸਥਾਨ 'ਤੇ ਗੁਰਦੁਆਰਾ ਰਕਾਬਗੰਜ ਸੁਸ਼ੋਭਿਤ ਹੈ, ਜਿੱਥੇ ਚਾਂਦਨੀ ਚੌਕ ਵਿੱਚ ਪਵਿੱਤਰ ਸ਼ੀਸ਼ ਉਤਾਰਿਆ ਗਿਆ ਸੀ। ਉੱਥੇ ਅਤੇ ਅਨੰਦਪੁਰ ਜਿੱਥੇ ਇਸ ਪਵਿੱਤਰ ਸ਼ੀਸ਼ ਦਾ ਸੰਸਕਾਰ ਹੋਇਆ, ਦੋਹੀਂ ਥਾਈਂ ਗੁਰਦੁਆਰਾ ਸ਼ੀਸ਼ਗੰਜ ਸ਼ੋਭਾਇਮਾਨ ਹਨ।